ਸਾਲੀ ਸਰਕਾਰ ਤੇ ਤੀਜਾ ਤੇ ਅੱਜ ਵੀ ਨਾਗ ਵਾਂਗ ਫਨ ਚੱਕਿਆ। ਇਹ ਕੋਈ ਕਿਸੇ ਨੂੰ ਨਿੰਦਾ ਕਰਨ ਨਹੀਂ ਆਇਆ, ਕੋਈ ਇਹ ਕਹਿਣ ਨਹੀਂ ਆਇਆ ਵੀ ਫਲਾਣੇ ਦਾ ਕਸੂਰ ਹੈ, ਢਮਕਾਣੇ ਦਾ ਕਸੂਰ। ਅਸੀਂ ਸਾਰੇ ਮੋਢਿਆਂ ਦੇ ਉੱਤੇ ਭਾਰ ਚੱਕੀਏ। ਜਦ ਤੱਕ ਨਹੀਂ ਚੱਕਾਂਗੇ, ਅਵੇਅਰਨੈਸ ਡਰਾਈਵ ਨਹੀਂ ਹੋਏਗੀ, ਲੋਕਾਂ ਨੂੰ ਇਹ ਸਮਝ ਨਹੀਂ ਆਏਗੀ ਕਿ ਭਾਈ ਜਿਸ ਤਰ੍ਹਾਂ ਡਾਇਬਟੀਜ਼ ਇੱਕ ਬਿਮਾਰੀ ਹੈ, ਉਸੇ ਤਰ੍ਹਾਂ ਐਡਿਕਸ਼ਨ ਵੀ ਇੱਕ ਬਿਮਾਰੀ ਹੈ ਜਿਹੜੀ ਠੀਕ ਹੋ ਸਕਦੀ ਹੈ। ਘਰਾਂ ਦੇ ਵਿੱਚ ਲੋਕ ਬੱਚਿਆਂ ਨਾਲ ਬਦਸਲੂਕੀ ਵੀ ਕਰਦੇ, ਉਹਨਾਂ ਨੂੰ ਇੰਨਾ ਗੁੱਸਾ ਆਉਂਦਾ ਵੀ ਮੇਰਾ ਪੁੱਤਰ ਮਾਈਕ ਨੀਵੇਂ ਕਰੋ ਯਾਰ, ਇਹ ਡਰੱਗ ਖਾਣ ਲੱਗ ਗਿਆ। ਇਹ ਹੁਣ ਅੱਜ ਘਰ ਘਰ ਦੀ ਆਵਾਜ਼ ਹੈ, ਸਮਝਦੇ ਹੋ? ਉਹ ਗੁੱਸੇ 'ਚ ਪੇਸ਼ ਆਉਂਦੇ, ਉਹਨਾਂ ਨੂੰ ਇਹ ਸਮਝ ਹੀ ਹੈ ਨਹੀਂ ਕਿ ਭਾਈ ਅਗਰ ਡਾਇਬਟੀਜ਼ ਵਾਲਾ ਪੇਸ਼ੈਂਟ ਗੋਲੀ ਖਾਂਦੇ ਖਾਂਦੇ ਉਹਦੀ ਸ਼ੂਗਰ 300 ਹੋ ਗਈ ਤੇ ਫਿਰ ਉਹ ਦਵਾਈ ਤਾਂ ਨਹੀਂ ਛੱਡ ਦਿੰਦਾ। ਇਹਦੇ 'ਚ ਤੁਸੀਂ ਕਿੰਨੀ ਵਾਰ ਗਿਰੋਗੇ, ਕਿੰਨੀ ਵਾਰ ਉੱਠੋਗੇ, ਲੇਕਿਨ ਪਰਸੀਵੇਅਰ ਕਰਨ ਦੀ ਲੋੜ ਹੈ, ਲਗਾਤਾਰ ਪ੍ਰਯਾਸ ਕਰਨ ਦੀ ਲੋੜ ਹੈ ਔਰ ਉਸ ਬੱਚੇ ਨੂੰ ਇਹਦੇ ਚੋਂ ਕੱਢਣ ਦੀ ਲੋੜ, ਔਰ ਬਿਲਕੁਲ ਇਹਦਾ ਇਲਾਜ ਹੈ। ਦੇਖੋ, ਮੈਂ ਸਭ ਤੋਂ ਪਹਿਲੀ ਚੀਜ਼ ਜਿਹੜੀ ਇਸ ਮਸਲੇ ਦੇ ਵਿੱਚ ਚੁੱਕਣਾ ਚਾਹੁੰਦਾ ਕਿ ਜਦ ਤੱਕ ਤੁਹਾਨੂੰ ਰੋਗੀਆਂ ਦਾ ਪਤਾ ਨਹੀਂ, ਤੁਸੀਂ ਇਲਾਜ ਕਿਵੇਂ ਕਰੋ। ਜਿਸ ਤਰ੍ਹਾਂ ਪੋਲਿਟਿਕਸ ਦੇ ਵਿੱਚ ਮਤਗਣਨਾ ਹੁੰਦੀ ਹੈ ਜੀ, ਵੋਟਾਂ ਇੰਨੀਆਂ ਨੇ, ਘਰ ਘਰ ਜਾ ਕੇ ਲੋਕ ਪਤਾ ਕਰਦੇ ਆ। ਜਿਸ ਤਰ੍ਹਾਂ ਗੁਰਬਤ ਹਟਾਉਣ ਦੇ ਲਈ ਤੁਸੀਂ ਹਰ 10 ਸਾਲਾਂ ਬਾਅਦ, ਜਦ ਤੱਕ ਤੁਹਾਨੂੰ ਗਰੀਬ ਦਾ ਪਤਾ ਨਹੀਂ, ਤੁਸੀਂ ਗਰੀਬੀ ਨਹੀਂ ਨਾ ਹਟਾ ਸਕਦੇ। ਇਸੇ ਤਰ੍ਹਾਂ ਜਦ ਤੱਕ ਤੁਹਾਨੂੰ ਐਡਿਕਸ਼ਨ ਦਾ ਪਤਾ ਨਹੀਂ ਕਿ ਕੌਣ ਕਰ ਰਿਹਾ, ਉਹਦਾ ਡਾਟਾਬੇਸ ਨਹੀਂ, ਤੁਸੀਂ ਇਲਾਜ ਕਿਸ ਤਰ੍ਹਾਂ ਕਰ ਸਕਦੇ? ਪਹਿਲੀ ਗੱਲ। ਇਸ ਗੱਲ ਦੇ ਵਿੱਚ ਮੈਂ ਇਹ ਕਹੂੰਗਾ ਕਿ 2 ਸਰਵੇ ਕਰਵਾਏ ਸੀ, ਇੱਕ ICMR ਆ ਤੇ ਇੱਕ ICMR ਦਾ ਔਰ ਦੂਸਰਾ ਏਮਸ ਦਾ, ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਸਰਵੇ ਨੇ। ਉਹਨਾਂ ਸਰਵੇਜ਼ ਦਾ ਇਹ ਕਹਿਣਾ ਹੈ ਕਿ 0.9%, ਮਤਲਬ 1% ਤੋਂ ਘੱਟ ਲੋਕ ਨਸ਼ਾ ਕਰਦੇ ਆ, ਔਰ ਜਿਹੜੇ ਆ ਕੇ ਦਵਾਈ ਲੈ ਕੇ ਜਾਂਦੇ ਆ ਸਾਡੇ ਤੋਂ, ਬੁਪਰਨੋਰਫਿਨ, ਜਿਹੜੀ ਅਸਲੀ ਲੀਗਲ ਦਵਾਈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਬੁਪਰਨੋਰਫਿਨ, ਉਹ 0.9% ਹੈ। ICMR ਕਹਿੰਦਾ 1% ਹੈ। ਲੇਕਿਨ ਜਿਹੜਾ ਸਰਕਾਰ ਦਾ ਆਪਦਾ ਡਾਟਾ ਹੈ, ਤੁਸੀਂ ਦੇਖੋ ਕਿੰਨਾ ਕੰਟਰਡਿਕਟਰੀ ਹੈ। ਉਹ ਕਹਿੰਦਾ ਵੀ 7 ਲੱਖ ਇਹੋ ਜਿਹੇ ਬੰਦੇ ਨੇ ਜਿਹੜੇ ਸਾਡੇ ਕੋਲੋਂ ਅੱਜ ਓਪੀਐਡ ਦਾ ਇਲਾਜ ਕਰਾ ਕੇ ਜਾਂਦੇ। ਸਾਡੇ ਨਾਲ 7 ਲੱਖ ਦਾ ਫਿਗਰ ਹੈ। 7 ਲੱਖ ਦਾ ਮਤਲਬ ਹੈ 5% ਲੋਕਾਂ ਦੀ ਆਬਾਦੀ ਹੈ। ਔਰ ਇਹ ਸਿਰਫ ਉਹੀ ਲੋਕ ਨੇ ਜਿਹੜੇ ਲੀਗਲੀ ਬੁਪਰੀਨੋਰਫਿਨ ਲੈ ਕੇ ਜਾਂਦੇ ਆ, ਸਮਝੇ ਨੇ? ਜਿਹੜੇ 400 ਹਸਪਤਾਲਾਂ 'ਚੋਂ ਜਾਂਦਾ ਇਹ, ਉਹ ਸਰਕਾਰੀ ਨੇ ਜਾਂ ਪ੍ਰਾਈਵੇਟ ਨੇ। ਲੇਕਿਨ ਕੁਝ ਲੋਕ ਐਸੇ ਵੀ ਨੇ ਜਿਹੜੇ ਬੁਪਰੀਨੋਰਫਿਨ ਨਹੀਂ ਲੈਂਦੇ। ਹੋਰ ਸਾਈਕੈਟਰਿਸਟ ਐਸੇ ਨੇ ਜਿਹੜੇ 200-400 ਐਸੇ ਹਸਪਤਾਲਾਂ ਦੇ ਵਿੱਚ ਇਲਾਜ ਕਰਦੇ ਆ, ਜਿਹੜੇ ਟ੍ਰੈਮਾਡੋਲ ਨਾਲ ਕਰਦੇ ਆ, ਪੇਨ ਕਿਲਰਸ ਨਾਲ ਕਰਦੇ ਆ, ਦੂਸਰੀ ਦਵਾਈ ਨਾਲ ਕਰਦੇ ਆ, ਉਹਦਾ ਕੋਈ ਰਿਕਾਰਡ ਹੀ ਹੈ ਨਹੀਂ। ਉਹ ਵੀ ਇੰਨੀ ਹੈ। ਜੇ ਤੁਸੀਂ ਉਹਨਾਂ ਨੂੰ ਵੀ ਲਾਓਗੇ ਤੇ ਟੋਟਲ ਕਰੀਬ 10% ਆਬਾਦੀ, ਸਮਝਦੇ ਹੋ? ਔਰ ਇਹਦੇ ਚ 60 ਤੋਂ 70% ਇਹ ਪ੍ਰੂਵਨ ਹੈ ਨੌਜਵਾਨ। ਕੋਈ 24 ਦਾ ਹੈ, ਕੋਈ 25 ਦਾ ਹੈ, ਕੋਈ 22 ਦਾ ਹੈ, ਕੋਈ 23 ਦਾ ਹੈ। ਇਹ 17 ਦਾ ਸੀ ਬੱਚਾ, ਆ ਜਿਹੜਾ ਬੱਚਾ ਅਕਸ਼ਦੀਪ ਇੱਥੋਂ ਗਿਆ, ਉਹ 17 ਦਾ ਸੀ। ਆਕਾਸ਼ਦੀਪ ਪਿੱਛੇ ਮੈਂ ਮਜੀਠੇ ਗਿਆ ਸੀ, ਉਹ 24 ਦਾ ਸੀ। ਉਦੋਂ ਪਹਿਲਾਂ ਮੈਂ ਤਰਨ ਗਿਆ ਸੀਗਾ, ਉਹ ਕਬੱਡੀ ਦਾ ਪਲੇਅਰ ਸੀ। ਉਹ ਸਟੈਰੋਇਡ ਲਾਂਦੇ ਉਹਨੂੰ ਫਿਰ ਬਾਹਰਲੀ ਹੋਰ ਚੀਜ਼ ਚਾਹੀਦੀ ਹੈ ਇਹੋ ਜਿਹੀ, ਉਹ ਵੀ ਕੋਈ 24-25 ਦਾ ਸੀਗਾ। ਸਮਝਦੇ ਮੇਰੀ ਗੱਲ? ਇਹਦੇ ਚ 60-70% ਉਹ ਲੋਕ ਨੇ ਜਿਹੜੇ ਕਿ ਨੌਜਵਾਨ ਪੀੜ੍ਹੀ ਚ। ਔਰ ਅਗਰ ਤੁਸੀਂ, ਸਭ ਤੋਂ ਵੱਡਾ ਖਦਸ਼ਾ ਇਹ ਹੈ ਕਿ ਸਾਡੀ ਨਸਲ ਕੁਸ਼ੀ ਹੋ ਰਹੀ। ਦੇਖੋ, ਖੁਦਕੁਸ਼ੀਆਂ ਦੀ ਗੱਲ ਚੱਲਦੀ ਹੈ, ਵੱਡੀ ਗੱਲ, ਲੇਕਿਨ ਇਹ ਨਸਲ ਖੁਸ਼ੀ ਹੋ ਰਹੀ ਹੈ ਸਾਡੀ। ਔਰ ਨਸਲ ਖੁਸ਼ੀ ਜਿਹੜੀ ਹੈ ਨਾ, ਕੋਈ ਇਹ ਬਹੁਤ ਵੱਡਾ ਮੁੱਦਾ ਹੈ ਕਿ ਜਦੋਂ ਨੌਜਵਾਨ ਛੱਡ ਕੇ ਜਾਈ ਜਾਣ, ਮਾਂ-ਬਾਪ ਇਹ ਸੋਚਣ ਵੀ ਇੱਥੋਂ ਬਾਹਰ ਭੇਜ ਦਈਏ ਤੇ ਨਸ਼ੇ ਤੋਂ ਬਾਜੂ, ਔਰ ਜਿਹੜੇ ਇੱਥੇ ਨੇ ਉਹ ਨਸ਼ੇ ਨਾਲ ਮਰ ਰਹੇ। ਕੋਈ ਕਰੀਬ 60 ਦਿਨਾਂ ਦੀ ਸਰਕਾਰ ਹੈ ਤੇ 60 ਮੌਤਾਂ ਹੋ ਚੁੱਕੀਆਂ। 60 ਮੌਤਾਂ ਹੋ ਚੁੱਕੀਆਂ ਨੇ। ਉਹਦੇ ਚ ਜ਼ਿਆਦਾਤਰ ਜਿਹੜੀਆਂ ਮੌਤਾਂ ਨੇ ਉਹ ਓਵਰਡੋਜ਼ ਨਾਲ। ਅਸੀਂ ਸਾਰਾ ਐਗਰੀ ਕਰਦੇ ਹਾਂ, ਇਹ ਵੀ ਹਾਂਜੀ, ਇਹ ਵੀ ਏਦਾਂ ਹੀ ਹੋਇਆ। ਸੋ ਇਹਦਾ ਮਤਲਬ ਇਹ ਹੈ ਕਿ ਜੇ ਓਪੀਐਡ ਤੋਂ ਇਲਾਵਾ ਜਿਹੜੇ ਨਸ਼ਾ ਕਰਦੇ ਆ, ਕੋਈ ਜਰਦਾ ਖਾਂਦਾ, ਕੋਈ ਹੋਰ ਖਾਂਦਾ ਹੈ, ਅਗਰ ਤੁਸੀਂ ਦੇਖੋ 12-13% ਸਾਰੇ ਹਿੰਦੁਸਤਾਨ ਦੇ ਵਿੱਚ ਛੱਡੋ, ਮੈਂ ਕਹਿੰਦਾ ਦੁਨੀਆ 'ਚ ਨਹੀਂ ਹੋਣਾ ਹੈਗਾ। ਸੋ ਇਟ ਇਜ਼ ਐਨ ਐਕਸਟਰਾ ਆਰਡੀਨਰੀ ਸਿਚੁਏਸ਼ਨ।
ਇਸ ਗੱਲ ਨੂੰ ਸਮਝੋ ਕਿ ਇਟ ਇਜ਼ ਐਨ ਐਕਸਟਰਾਆਰਡੀਨਰੀ ਸਿਚੁਏਸ਼ਨ ਐਂਡ ਵੀ ਹੈਵ ਟੂ ਡੀਲ ਇਟ ਵਿਦ ਐਕਸਟਰਾਆਰਡੀਨਰੀ ਸਟਰੈਂਥ ਮੈਜਰਸ। ਸਮਝਦੇ ਹੋ ਮੇਰੀ ਗੱਲ? ਇਹ ਮਤਲਬ ਦੇਖੋ, ਹਕੀਕਤ ਤੋਂ ਭੱਜ ਲੈਣਾ, ਫਿਗਰ ਨੂੰ ਫੱਜ ਕਰਕੇ ਕਹਿਣਾ ਯਾਰ ਇਹ ਤਾਂ ਹੈ ਹੀ ਨਹੀਂ, ਜੇ ਹੈ ਹੀ ਨਹੀਂ ਤਾਂ ਫਿਰ 3 ਸਰਕਾਰਾਂ ਦੇ ਵਿੱਚ ਹੱਲ ਕਿਉਂ ਨਹੀਂ ਹੋਇਆ? ਔਰ ਕਿਸੇ ਇੱਕ ਦਾ ਕਸੂਰ ਕੱਢਣਾ ਹੈ, ਇਹ ਫਿਰ ਉਹੀ ਗੱਲ ਪੋਲਿਟਿਕਸ। ਮੈਂ ਉਸ ਗੱਲ ਤੋਂ ਉੱਤੇ ਅੱਜ, ਸਮਝਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਇਹਦਾ ਸਭ ਤੋਂ ਪਹਿਲਾ ਉਹ ਹੈ ਕਿ ਭਾਈ ਐਕਸਟਰਾਆਰਡੀਨਰੀ ਐਫਰਟ ਚਾਹੀਦੇ ਨੇ, ਐਕਸਟਰਾਆਰਡੀਨਰੀ ਸਿਚੁਏਸ਼ਨ। ਫਿਰ ਇਹਦੇ ਹੱਲ ਕੀ ਨੇ? ਦੇਖੋ, ਸਮੱਸਿਆਵਾਂ ਤਾਂ ਹਰੇਕ ਬੰਦਾ ਕਹਿ ਕੇ ਚਲਾ ਜਾਂਦਾ, ਇਹਦਾ ਹੱਲ ਕੀ ਹੈ? ਸਭ ਤੋਂ ਵੱਡੀ ਗੱਲ ਹੈ, ਦੇਖੋ ਮੈਂਟਲ ਹੈਲਥ ਪ੍ਰੋਗਰਾਮ ਦੇ ਵਿੱਚ, ਔਰ ਜਿਸ ਤਰ੍ਹਾਂ ਡਿਪਰੈਸ਼ਨ ਇੱਕ ਬਿਮਾਰੀ ਹੈ, ਉਸ ਤਰ੍ਹਾਂ ਮੈਂਟਲ ਹੈਲਥ ਪ੍ਰੋਗਰਾਮ ਵਾਂਗ ਹੀ ਇਹ ਜਿਹੜੀ ਐਡਿਕਸ਼ਨ ਹੈ ਇਹ ਵੀ ਇੱਕ ਮੈਂਟਲ ਇਲਨੈਸ ਹੈ। ਸਮਝੋ? ਇਹਦੇ ਲਈ ਮੈਂਟਲ ਹੈਲਥ ਇਲਨੈਸ ਦੇ ਲਈ ਸੈਂਟਰ ਦੀ ਸਰਕਾਰ 50 ਲੱਖ ਰੁਪਈਆ ਪਰ ਡਿਸਟ੍ਰਿਕਟ ਭੇਜਦੀ ਹੈ ਅਵੇਅਰਨੈਸ ਤੇ। ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਭਾਈ ਇਹ ਡਾਇਬਟੀਜ਼ ਵਰਗੀ ਬਿਮਾਰੀ ਹੈ, ਇਹਦਾ ਇਲਾਜ ਹੈ। ਲੋਕੀ ਸੋਚਦੇ ਖਬਰ ਨਹੀਂ ਕਿਸੇ ਦੂਜੇ ਨੂੰ ਪਤਾ ਲੱਗ ਗਿਆ ਤੇ ਮੈਂ ਸ਼ਰਮਸਾਰ ਹੋ ਜੂ, ਸਾਡੇ ਪਰਿਵਾਰ ਤੇ ਕਲੰਕ ਲੱਗ ਜੂ। ਬਿਲਕੁਲ ਨਹੀਂ, ਪਰਿਵਾਰ ਦੀ ਏਕਤਾ ਜਗਾਉਣ ਦੀ ਗੱਲ ਹੈ, ਭਾਈ ਬਣ ਕੇ ਦੇਖਣ ਦੀ ਗੱਲ ਹੈ, ਉਹਨੂੰ ਬੁੱਕਲ ਚ ਲੈਣ ਦੀ ਗੱਲ ਹੈ। ਔਰ ਇਸ ਬਿਮਾਰੀ ਦੇ ਵਿੱਚ ਰਿਲੈਪਸ ਇਜ਼ ਅ ਰਿਐਲਿਟੀ ਰਾਦਰ ਦੈਨ ਐਨ ਐਕਸੈਪਸ਼ਨ। 80% ਜਦੋਂ ਤੁਸੀਂ ਇਲਾਜ ਕਰਾਉਂਦੇ ਹੋਵੋਗੇ ਬੱਚਾ ਦੁਬਾਰਾ ਹੀ ਨਸ਼ੇ ਵੱਲ ਗਿਆ, ਫਿਰ ਉਹ ਜਦੋਂ ਦੁਬਾਰਾ ਨਸ਼ੇ ਵੱਲ ਕੋਈ ਘਰੋਂ ਕੱਢ ਦਿੰਦਾ, ਕੋਈ ਉਹਨੂੰ ਦੁਤਕਾਰ ਦਿੰਦਾ। ਇਹ ਪਿਆਰ ਦੀ ਭਾਸ਼ਾ ਵਾਲੀ, ਕਿਉਂਕਿ ਉਹ ਉਸ ਸਿਚੁਏਸ਼ਨ 'ਚ ਹੈ ਕਿ ਉਹ ਭਾਸ਼ਾ ਸਮਝ ਹੀ ਨਹੀਂ ਰਿਹਾ ਤੁਹਾਨੂੰ। ਉਹ ਤੇ ਉਸ ਬਿਮਾਰੀ ਦੀ ਅਵਸਥਾ ਦੇ ਵਿੱਚ ਹੈ ਕਿ ਜਦੋਂ ਤੁਸੀਂ ਉਹਨੂੰ ਗਾਲ ਕੱਢਦੇ ਹੋ ਜਾਂ ਹੋਰ ਕਰਦੇ ਹੋ, ਉਹ ਉਸ ਸਿਚੁਏਸ਼ਨ ਨੂੰ ਹੋਰ ਖਰਾਬ ਕਰਦਾ। ਉਹਨੂੰ ਪਿਆਰ ਨਾਲ ਦੁਬਾਰਾ ਪਰਸੀਵੇਅਰ ਕਰਨ ਦੀ ਲੋੜ ਹੈ, ਪਰਸਿਸਟ ਕਰਨ ਦੀ ਲੋੜ ਹੈ। ਔਰ ਦੁਬਾਰਾ ਇਹ ਗੱਲਾਂ ਕਿਹ ਨਹੀਂ ਕੀਤੀਆਂ ਮੈਂ ਤਾਂ ਕਰ ਰਿਹਾ, ਕਿਉਂਕਿ ਇਹ ਕੱਲੀ ਇਸ ਘਰ ਦੀ ਪ੍ਰੋਬਲਮ ਨਹੀਂ, ਇਹ ਕੱਲੀ ਧੋਬੀਆਂ ਨੇ, ਕਿ ਸਾਰੇ ਪੰਜਾਬ ਦੀ ਪ੍ਰੋਬਲਮ ਹੈ ਮਹਾਰਾਜ। ਜਿੱਥੇ ਨੰਬਰਸ ਤੁਹਾਨੂੰ ਇੱਕ ਐਕਸਟਰਾਆਰਡੀਨਰੀ ਤਰੀਕੇ ਦੇ ਨਾਲ ਸੁਚੇਤ ਕਰ ਰਹੇ ਆ। ਮੇਰੀ ਗੱਲ ਨੂੰ ਸਮਝਦੇ ਹੋ? ਹੁਣ ਮੈਂ ਇਹ ਜਿਹੜੀ ਮੈਂਟਲ ਹੈਲਥ ਪ੍ਰੋਗਰਾਮ ਦੀ ਗੱਲ ਕਰ ਰਿਹਾ, 50 ਲੱਖ ਰੁਪਏ ਤੁਸੀਂ ਆਪ ਹੀ ਦੇਖ ਲਓ ਵੀ ਕਿੰਨੇ ਡਿਸਟ੍ਰਿਕਟਾਂ ਦੇ ਵਿੱਚ ਪੈਸੇ ਖਰਚ ਹੋਏ। ਔਰ ਮੈਂ ਕਹਿੰਦਾ ਉਂਗਲ ਨਹੀਂ ਚੱਕ ਰਿਹਾ, ਤੁਸੀਂ ਪਿਛਲੇ 15 ਸਾਲ ਦਾ ਰਿਕਾਰਡ ਕਢਾ ਲਓ, ਕਿਤੇ 5 ਲੱਖ ਨਹੀਂ ਖਰਚ ਹੋਏ। ਹਾਲਾਂਕਿ ਇਹ 50 ਲੱਖ ਰੁਪਇਆ ਹਰ ਡਿਸਟ੍ਰਿਕਟ, ਮੈਨੂੰ ਲੱਗਦਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਸਟ ਪ੍ਰਾਈਜ਼ ਦਿੱਤਾ ਸੀ ਉਹਨਾਂ ਨੂੰ। ਆਖੇ ਕਿਉਂ ਦਿੱਤਾ ਸੀ? ਕਿ ਜੀ ਉਹਨਾਂ ਨੇ 50 ਲੱਖ ਖਰਚ ਤੇ। ਇਹ ਕੋਈ ਕ੍ਰਾਈਟੇਰੀਆ ਵੀ 50 ਲੱਖ ਖਰਚ ਤੇ? ਭਾਈ ਉਹ ਅਵੇਅਰਨੈਸ ਦੇ ਲਈ ਵੀ ਭਾਈ ਇਹ ਨਾਰਮਲ ਡਿਜ਼ੀਜ਼ ਹੈ, ਇਹਦਾ ਇਲਾਜ ਹੈ, ਇਹਦਾ ਇਲਾਜ ਇਸ ਤਰ੍ਹਾਂ ਹੋਊਗਾ, ਆਹ ਚੀਜ਼ਾਂ ਨਾ ਕਰੋ, ਓਵਰਡੋਜ਼ ਦੇ ਲਈ ਆਹ ਕਰੋ। ਸਰ ਇੱਕ ਮਿੰਟ, ਤੇ ਜੇ ਸਟਾਰਟਿੰਗ ਤੋਂ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਕਿ ਬੱਚੇ ਲੱਗਣ ਹੀ ਨਾ। ਬੇਟਾ ਇਹੀ ਮੈਂ ਦੱਸ ਰਿਹਾ, ਇਹੀ ਗੱਲ ਮੈਂ ਕਰ ਰਿਹਾ, ਇਹੀ ਗੱਲ ਕਰ ਰਿਹਾ ਬੇਟਾ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਅਵੇਅਰਨੈਸ ਜਿਹੜੀ ਡਰਾਈਵ ਹੈ, ਇਹ ਸਰਕਾਰਾਂ ਨੂੰ ਬਹੁਤ ਧਿਆਨ ਦੇ ਨਾਲ ਇਸ ਅਵੇਅਰਨੈਸ ਡਰਾਈਵ ਵੱਲ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਭਾਈ ਇੰਨੇ ਗਮਗੀਨ ਵੀ ਨਾ ਹੋ। ਜਿਸ ਤਰ੍ਹਾਂ ਡਾਇਬਟੀਜ਼ ਬਿਮਾਰੀ ਹੈ, ਜਿਸ ਤਰ੍ਹਾਂ ਛੋਟਾ ਬੱਚਾ ਤੁਰਦਾ ਹੈ ਤੇ ਡਿੱਗਦਾ ਹੈ ਤੇ ਤੁਸੀਂ ਉਹਨੂੰ ਚੁੱਕ ਕੇ ਇਹ ਤਾਂ ਨਹੀਂ ਕਹਿੰਦੇ ਦੁਬਾਰਾ ਤੁਰਨਾ ਹਟ ਜਾ। ਉਸੇ ਤਰ੍ਹਾਂ ਤੁਹਾਨੂੰ ਆਪਣੇ ਬੱਚੇ ਦੇ ਨਾਲ, ਆਪਣੇ ਭਾਈ ਨਾਲ, ਭੈਣ ਦੇ ਨਾਲ ਸਹਾਨੂਭੂਤੀ ਦੀ ਗੱਲ ਨਹੀਂ, ਐਮਪੈਥੀ ਦੀ ਲੋੜ ਹੈ। ਉਹਨੂੰ ਬਾਰੰਬਾਰ ਇਹ ਕਹਿਣ ਦੀ ਲੋੜ ਹੈ ਕਿ ਤੂੰ ਛੱਡ ਸਕਦਾ, ਤੂੰ ਛੱਡ ਸਕਦਾ, ਤੂੰ ਛੱਡ ਸਕਦਾ। ਸਮਝੋ ਮੇਰੀ ਗੱਲ? ਇਹ ਜਿਹੜਾ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਡਿਪਰੈਸ਼ਨ ਦੀ ਬਿਮਾਰੀ ਹੈ, ਇਹ ਮਾਪਦੰਡ ਜਿਹੜੇ ਨੇ, ਇਹ ਰੀਅਲ ਫਿਗਰਸ ਤੇ ਇਹ ਮਾਪਦੰਡ ਨੇ, ਇਹ ਅੱਜ ਤੱਕ ਕਿਸੇ ਨੇ ਅਮਲੀ ਜਾਮਾ ਨਹੀਂ ਪਾਇਆ। ਡਿਸਟ੍ਰਿਕਟ ਦੇ ਵਿੱਚ ਲੋਕਾਂ ਨੂੰ, ਆਮ ਘਰਾਂ ਦੇ ਵਿੱਚ ਇਹ ਨਹੀਂ ਦੱਸਿਆ ਵੀ ਇਹ ਇਹੋ ਜਿਹੀ ਬਿਮਾਰੀ ਹੈ, ਇਹ ਤੇ ਸ਼ਰਮਸਾਰ ਨਾ ਹੋ ਭਾਈ, ਇਹਦਾ ਇਲਾਜ ਕਰਾ। ਔਰ ਇਹਦਾ ਇਲਾਜ ਹੈ, ਬਕਾਇਦਾ ਇਹਦਾ ਇਲਾਜ ਹੈ। ਔਰ ਇਹਦਾ ਇਲਾਜ ਬੜੇ ਸੌਖੇ। ਹੁਣ ਸਭ ਤੋਂ ਵੱਧ ਓਵਰਡੋਜ਼ ਨਾਲ ਡੈਥਸ ਹੋ ਦੇਖਦੇ ਹੋ ਕਿ ਬੱਚਾ, ਮੈਂ ਦੱਸਦਾ, ਇੱਕ ਮਿੰਟ ਬੇਟਾ, ਮੈਂ ਦੱਸ ਰਿਹਾ ਨਾ, ਮੈਂ ਦੱਸ ਰਿਹਾ ਉਹ ਬੇਟਾ ਲਾਅ ਐਂਡ ਪ੍ਰੋਬਲਮ ਜਿਹੜੀ ਓਵਰਡੋਜ਼ ਨਾਲ ਡੈਥ ਹੋ ਰਹੀ ਹੈ। ਦੇਖੋ 3 ਵੱਡੇ ਮੈਡੀਕਲ ਹਸਪਤਾਲ ਨੇ, ਕਰੀਬ 24 ਡਿਸਟ੍ਰਿਕਟਾਂ 'ਚ ਵੱਡੇ ਸਰਕਾਰੀ ਹਸਪਤਾਲ ਨੇ। ਨੋਲੋਕਸੋਨ ਇੱਕ ਸਿੰਪਲ ਇੰਜੈਕਸ਼ਨ ਆਉਂਦਾ, ਜਿਹੜੇ ਸੁੱਤੇ ਪਏ ਚਲੇ ਜਾਂਦੇ ਆ, ਟੀਕਾ ਲਾ ਕੇ ਪਏ ਹੁੰਦੇ ਆ, ਉਸ ਤੋਂ ਬਾਅਦ ਬੇਹੋਸ਼ੀ ਦੇ ਵਿੱਚ ਚਲੇ ਜਾਂਦੇ ਆ। ਤੁਸੀਂ ਨੋਲੋਕਸੋਨ ਲਾ ਦਿਓ, 3 ਘੰਟਿਆਂ ਠੀਕ ਹੋ ਜਾਣਾ। ਲੇਕਿਨ ਕੋਈ ਹੈਲਪਲਾਈਨ ਹੈ ਜੀ ਜਿੱਥੇ ਘਰ ਦਾ ਕੋਈ ਫੋਨ ਕਰ ਸਕੇ, ਜਿੱਥੇ ਉਹ ਇਹ ਕਹਿ ਸਕੇ। ਮੈਂ ਕਹਿੰਦਾ ਜੇ ਤਹਿਸੀਲ ਔਰ ਸਬ ਤਹਿਸੀਲ ਲੈਵਲ ਦੇ ਉੱਤੇ ਇੱਕ ਐਂਬੂਲੈਂਸ ਹੋਵੇ ਜਿਹੜੀ 10 ਕਿਲੋਮੀਟਰ ਨੂੰ ਮਾਰ ਕਰਦੀ ਹੋਵੇ,
ਤੇ ਇਹ ਓਵਰਡੋਜ਼ ਨਾਲ ਇੱਕ ਵੀ ਮੌਤ ਨਾ ਹੋਵੇ, ਮੈਂ ਗਾਰੰਟੀ ਨਾਲ ਕਹਿ ਸਕਦਾ। ਕੋਈ ਲਟਿਆ ਪਿਆ ਸੜਕ ਦੇ ਕੰਢੇ, ਬੰਦਾ ਦੇਖਦਾ ਤੁਰ ਜਾਂਦਾ। ਜੇ ਤੁਸੀਂ ਹੈਲਪਲਾਈਨ ਦੇ ਉੱਤੇ ਇੱਕ ਹੈਲਪਲਾਈਨ, ਟੋਲ ਫ੍ਰੀ ਹੈਲਪਲਾਈਨ ਸ਼ੁਰੂ ਕਰੋ, ਔਰ ਹਸਪਤਾਲਾਂ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ, ਮੈਂ ਕਿੰਨੇ ਹਸਪਤਾਲਾਂ 'ਚ ਗਿਆ, ਨੋਲੋਕਸੋਨ ਹੈ ਹੀ ਨਹੀਂ, ਔਰ ਬੜੀ ਸਸਤੀ ਡਰੱਗ ਹੈ, ਕੋਈ ਇਹ ਨਹੀਂ ਬਹੁਤ ਜ਼ਿਆਦਾ ਮਹਿੰਗੀ ਹੈ। ਮੇਰੀ ਗੱਲ ਨੂੰ ਸਮਝੋ, ਅੱਜ ਅਗਰ ਉਹ ਨੋਲੋਕਸੋਨ ਹੋਵੇ ਤੇ ਇਹਨਾਂ ਘਰਾਂ ਦੇ ਵਿੱਚ ਇਹ ਦੁੱਖ ਨਾ, ਔਰ ਇਹ ਜਿਹੜੀ ਓਵਰਡੋਜ਼ ਹੁੰਦੀ ਹੈ, ਘਰ ਦੇ ਵੀ ਜਦੋਂ ਇੱਕ ਵਾਰ ਠੀਕ ਕਰਾਉਂਦੇ ਆ, 2 ਵਾਰ ਠੀਕ ਕਰਾਉਂਦੇ, ਜਦੋਂ ਤੀਸਰੀ ਵਾਰ ਰਿਲੈਪਸ ਹੁੰਦਾ ਹੈ, ਉਹਨਾਂ ਨੂੰ ਇਹ ਸਮਝ ਹੀ ਨਹੀਂ ਹੈ ਕਿ ਭਾਈ ਇਹ ਰਿਲੈਪਸ ਹੋਇਆ ਤੇ ਮੈਂ ਇਹਨੂੰ ਪਿਆਰ ਨਾਲ ਬੁੱਕਰ ਚ ਲਵਾਂ, ਇਹਨੂੰ ਸਮਝਾਵਾਂ, ਔਰ ਫਿਰ ਦੁਬਾਰਾ ਅਸੀਂ ਫਿਰ ਪ੍ਰਯਾਸ ਕਰੀਏ। ਉਹ ਕਹਿੰਦਾ ਤੂੰ ਕਲੰਕ ਹੈ, ਤੂੰ ਫਲਾਨਾ ਹੈ, ਤੂੰ ਧਮਕਾਨਾ ਹੈ, ਇਹ ਬਿਮਾਰੀ ਸਮਝਦੀ ਨਹੀਂ। ਇਹਦੀ ਅਵੇਅਰਨੈਸ ਕਿਹਨੇ ਕੀਤੀ ਅੱਜ ਤੱਕ? ਕਿਸੇ ਨੇ ਨਹੀਂ ਕੀਤੀ। ਇਸੇ ਕਰਕੇ ਮੈਂ ਕਹਿੰਦਾ ਕਿ ਸਾਰੇ ਸਿਰ ਜੋੜ ਕੇ ਇਹਦੀ ਅਵੇਅਰਨੈਸ ਕਰੀਏ, ਔਰ ਇਹ ਕਹੀਏ ਕਿ ਭਾਈ ਅਗਰ ਅਸੀਂ ਤਹਿਸੀਲ ਲੈਵਲ ਦੇ ਉੱਤੇ ਐਂਬੂਲੈਂਸਾਂ ਖੜੀਆਂ ਕਰ ਸਕੀਏ, ਮੈਂ ਕਹਿੰਦਾ ਕਰੋੜਾਂ ਰੁਪਏ ਖਰਚ ਕਰਤੇ, ਹਜ਼ਾਰਾਂ ਕਰੋੜ ਰੁਪਏ ਖਰਚ ਕਰਤੇ, ਨਿਕਲਿਆ ਕੁਛ ਨਹੀਂ। ਤੁਸੀਂ 100 ਕਰੋੜ ਰੁਪਈਆ ਲਾਓ, ਔਰ 5-5 7-7 ਕਿਲੋਮੀਟਰ ਦੇ ਉੱਤੇ ਨਾਲੇ ਇੰਪਲੋਇਮੈਂਟ ਜਨਰੇਟ ਹੋਊਗੀ। ਠੀਕ ਹੈ, ਤੁਸੀਂ 2-2 3-3 ਬੰਦੇ ਉਸ ਐਂਬੂਲੈਂਸ ਦੇ ਵਿੱਚ ਹੁਣ ਹੋਰ ਵੀ ਇਲਾਜ ਕਰ ਸਕਦੇ ਹੋ। ਐਂਬੂਲੈਂਸ ਇਕੱਲਾ ਕੋਈ ਇੱਕ ਚੀਜ਼ ਲਈ ਨਹੀਂ ਹੁੰਦੀ। ਲੇਕਿਨ ਇਹ ਦੇਖੋ ਨਾ, ਜਾਨ ਦਾ ਕੋਈ